मुखे पंथ दी सत्कारत हस्ती अति सत्कारयोग श्रीमान संत बाबा अवतार सिंह साहब जी महापुरुषों के पावन पवित्र रसना तो सतगुरु पातशाह महाराज जी के पावन वचन सरवण करिए जी। गज के जकारा जावे सो निहाल हो जावे। सत श्री अकाल। चिटिया बाजा वाले सतगुरु रख लो बिरदमणे दी लाज। गुप्तो शहीदो सिंह सरबत गुरु खालसियार सिंह साहब जी को सत श्री अकाल। वाहिगुरु जी का खालसा वाहिगुरु जी की फतेह। सम्मानयोग गुरु की साजी नवाजी गुरु खालसा संगत जी। वाहिगुरु जी का खालसा वाहिगुरु जी की फतेह। अज आप सारे बड़े प्यार सहित सतगुरु जी का पावन गुरपुरब का दिहाड़ा परसों के रोज तो लैके गुरगी बाणी के श्री अखंड पाठ साहिब जी के प्रारंभ होए सन और अज सतगुरु जी की अमृत बाणी गुरगी बाणी के श्री अखंड पाठ साहिबां जी की संपूर्णता हुई है। भोग तो उपरंत कथा कीर्तन सुखदाई लाह प्राप्त किया है और ढाडी सिंह कविशना सिंघा ने गुर इतिहास सिख इतिहास आप जी नूं सरवण करवाया। हुण लगभग दीवान की समाप्ति का टाइम हो गया है। अज सतगुरु जी का पावन गुरपुरब का पावन दिहाड़ा परसों के रोज तो लैके दोवें टाइम कथा कीर्तन दीवान सजदे रहे ने। श्री गुरु हरकृष्ण साहब सच्चे पातशाह गरीब नवाज महाराज जी दे आगमन प्रकाश गुरपुरब दियां संप्रदाय दल बाबा बुधी चंद साहब जी वालों समूह गुरु खालसे पंथ नूं देश विदेश विच महाराज साहब जी दे प्यारे गुरसिख संगतां नूं सारे संसार भर नूं बेअंत बेअंत वधाइयां होण। बेअंत बेअंत वधाइयां होण। गरीब नवाज महाराज साहब जी ने कृपा करके मेहर की है। यह जोड़ मेला साहिब जी के गुरपुरब जी का ये नगर सरसिंघ विखे जो शिमला ये स्थान है जिथे के ये जोड़ मेला और सामने सम्मत लिखा है 1860 और ये कितना पुराना स्थान है। और बाबा बुधी चंद साहब जी दे महापुरख बाबा लाभ सिंह साहब जी उस समय विच इस पावन स्थान ते ये जोड़ मेले आरंभ होए और सतगुरु जी की कृपा दे नाल ये जोड़ मेला श्री गुरु हरकृष्ण साहब 8वें पातशाह गरीब नवाज जी का गुरपुरब इत्थे मनाया जाता है। सारे दल पंथ दे सहित नगर सरसिंघ धुन लागे बन्ने जिन्ने परगणे की संगत है बड़े प्यार सहित संगतां तन मन धन करके सेवा करते हो। महाराज साहब जी के गुरपुरब की हाजरी सेवा
ਇਹ ਭਾਗਾਂ ਦੇ ਨਾਲ ਸਮਾਂ ਪ੍ਰਾਪਤ ਹੁੰਦਾ ਹੈ। ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਗ੍ਰਹਿਣ ਕੀਤਾ, ਗੁਰਤਾ ਗੱਦੀ ਦੇਣ ਸਮੇਂ ਜਿੱਥੇ ਸਤਿਗੁਰਾਂ ਨੇ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਦੋਹਰਾ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਦੇ। ਇਹ ਸ੍ਰੀ ਮੁਖਵਾਕ ਬਚਨ ਹਨ ਮਹਾਰਾਜ ਸਾਹਿਬ ਜੀ ਦੇ। ਸ੍ਰੀ ਹਜੂਰ ਸਾਹਿਬ ਔਰ ਸਾਖੀ ਵਿੱਚ ਮਹਾਰਾਜ ਦੇ ਬਚਨ ਲਿਖੇ ਹੋਏ ਹਨ। ਔਰ ਸਤਿਗੁਰਾਂ ਨੇ ਬੇਅੰਤ ਉਪਦੇਸ਼ ਦਿੱਤਾ ਕਿ ਖਾਲਸਾ ਜੀ ਖੋਜ ਸ਼ਬਦ ਦੀ ਕਰਨੀ ਹੈ, ਪੰਥ ਦਾ ਭਲਾ ਲੋੜਨਾ ਹੈ ਔਰ ਗੁਰਪੁਰਬ ਕਰਦੇ ਰਹਿਣਾ। ਭਾਈ ਗੁਰਦਾਸ ਸਾਹਿਬ ਜੀ ਵੀ ਗਵਾਹੀ ਦਿੰਦੇ ਹਨ, ਹਉ ਤਿਸ ਘੋਲ ਘੁਮਾਇਆ ਭਾਉ ਭਗਤ ਗੁਰਪੁਰਬ ਕਰੰਦੇ। ਕਿਉਂ ਨਾ ਗੁਰੂ ਕੇ ਸਿੱਖਾਂ ਤੋਂ ਵਾਰਨੇ ਫੇਰਨੇ ਬਲਿਹਾਰ ਜਾਂਦੇ ਆ, ਜਿਹੜੇ ਗੁਰੂ ਸਾਹਿਬ ਜੀ ਦੇ ਪਾਵਨ ਗੁਰਪੁਰਬ ਸਰਦਾ ਪਿਆਰ ਸਤਿਕਾਰ ਦੇ ਨਾਲ ਮਨਾਉਂਦੇ ਹਨ। ਸਾਹਿਬ ਗਰੀਬ ਨਿਵਾਜ ਸਾਹਿਬ ਜੀ ਦੇ ਬੇਅੰਤ ਕੌਤਕ ਚੋਜ ਮਹਾਰਾਜ ਸਾਹਿਬ ਜੀ ਦੀ ਕਥਾ ਯਾਨੀ ਸੁਖਦੇਵ ਸਿੰਘ ਜੀ ਨੇ ਸਾਰੀ ਸਰਵਣ ਕਰਵਾਈ ਹੈ। ਗਰੀਬ ਨਿਵਾਜ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਿਸੇ ਦਾ ਦੁੱਖ ਵੇਖ ਕੇ ਨਹੀਂ ਜਰਦੇ। ਜੇ ਉਹ ਰਾਜੇ ਨੇ ਉਹ ਗੋਲੀਆਂ ਨੂੰ ਰਾਣੀ ਵਾਲੇ ਬਸਤਰ ਪਵਾ ਕੇ ਬਿਠਾਇਆ ਤੇ ਰਾਣੀ ਨੂੰ ਇਹ ਮਨ ਵਿੱਚ ਸੀ ਕਿ ਮਹਾਰਾਜ ਸਾਹਿਬ ਜੀ ਉਹ ਜਿਹੜੀ ਪਟਰਾਣੀ ਹੈ ਅੰਤਰਜਾਮੀ ਜਾਣੀ ਜਾਣ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦੇ ਹੱਥ ਵਿੱਚ ਇੱਕ ਫੁੱਲ ਵਾਲੀ ਛੜੀ ਸੀ ਜਿਹੜੀ ਸਾਹਿਬ ਜੀ ਹੱਥ ਵਿੱਚ ਰੱਖਦੇ ਸਨ। ਆ ਨੀ ਰਾਣੀ, ਆ ਨੀ ਰਾਣੀ, ਆ ਨੀ ਰਾਣੀ, ਤੂੰ ਕਤ ਬੈਠੀ, ਤੂੰ ਛਪ ਬੈਠੀ ਪਟ ਰਾਣੀ। ਮਹਾਰਾਜ ਸਾਹਿਬ ਜੀ ਨੇ ਕਿਹਾ ਗੁਰੂਆਂ ਨੂੰ ਪਰਖੀਦਾ ਨਹੀਂ। ਮਨ ਦਾ ਭਰਮ ਦੂਰ ਹੋ ਗਿਆ। ਇਸੇ ਤਰ੍ਹਾਂ ਆਪ ਜੀ ਨੇ ਪੰਜੋਖਰੇ ਸਾਹਿਬ ਦਾ ਵੀ ਮਹਾਰਾਜ ਦਾ ਪ੍ਰਸੰਗ ਸੁਣਿਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁੰਗਿਆਂ ਤੋਂ ਅਰਥ ਕਰਾ ਦਿੰਦੇ ਹੈ। ਮਹਾਰਾਜ ਤਾਂ ਜੀਵਨ ਦਾਨ ਦਿੰਦੇ ਹਨ, ਸਭ ਕੁਝ ਗੁਰੂ ਬਖਸ਼ਦੇ ਹਨ। ਗਰੀਬ ਨਿਵਾਜ ਮਹਾਰਾਜ ਨੇ ਉਹ ਮਰੀ ਦਾ ਜਿਹੜਾ ਰੋਗ ਸੀ ਦਿੱਲੀ ਦੇ ਵਿੱਚ, ਗਰੀਬ ਨਿਵਾਜ ਮਹਾਰਾਜ ਨੇ ਉਹ ਨਿਵਰਤ ਕੀਤਾ, ਸਭ ਨੂੰ ਸੁਖ ਦਿੱਤਾ। ਬੇਅੰਤ ਕੌਤਕ ਹਨ ਸਤਿਗੁਰੂ ਜੀ ਦੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਗੁਰਪੁਰਬ ਸੰਗਤਾਂ ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਹੈ, ਸਭ ਥਾਈਂ ਸਾਹਿਬ ਜੀ ਦੇ ਗੁਰਪੁਰਬ ਸੰਗਤਾਂ ਮਨਾ ਰਹੀਆਂ ਨੇ। ਸਾਰੇ ਵਧਾਈ ਦੇ ਪਾਤਰ ਹਨ ਔਰ ਸਤਿਗੁਰੂ ਕਿਰਪਾ ਕਰਨ। ਇਹ ਗੁਰੂ ਕੀ ਜੋ ਮਰਜ਼ਾਦਾ ਹੈ, ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਇਹ ਬਾਣੀ ਬਾਣਾ ਬਖਸ਼ਿਆ ਹੈ, ਜਿਹੜੇ ਗੁਰੂ ਕੀ ਅੰਮ੍ਰਿਤ ਦੀ ਦਾਤ ਪੰਜਾਂ ਪਿਆਰਿਆਂ ਦੁਆਰਾ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖੀ ਨੂੰ ਧਾਰਨ ਕਰਕੇ ਗੁਰਮਤਿ ਦੇ ਮਰਜ਼ਾਦਾ ਤੇ ਚੱਲਣ ਵਾਲੇ ਹੋ ਕੇ ਗੁਰੂ ਦੇ ਬਚਨ ਤੇ ਪਹਿਰਾ ਦਿੰਦੇ ਹਨ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਕਿਉਂਕਿ ਆਪਣੀ ਮਨ ਦੀ ਮਰਜ਼ੀ ਨਹੀਂ ਕਰਨੀ,
ਗੁਰ ਕਹਿਆ ਸਾ ਕਾਰ ਕਮਾਵਹੁ। ਜੋ ਗੁਰੂ ਸਾਹਿਬ ਹੁਕਮ ਕਰਦੇ ਨੇ, ਗੁਰੂ ਕਾ ਸਿੱਖਾ, ਉਹ ਆਪਣੇ ਸਾਰਿਆਂ ਦਾ ਇਹ ਪਰਮ ਧਰਮ ਹੈ ਕਿ ਉਹ ਗੁਰੂ ਸਾਹਿਬ ਜੀ ਦਾ ਜੋ ਬਚਨ ਹੈ, ਸਾਬਤ ਸੂਰਤ ਦਸਤਾਰ ਸਿਰਾ, ਔਰ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕਣਾ, ਗੁਰੂ ਕੀ ਗੁਰਮਤਿ ਨੂੰ ਧਾਰਨ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰ ਇਸ਼ਨਾਨ, ਨਿਤਨੇਮ ਸਿਮਰਨ ਵਿੱਚ ਜੁੜਨਾ, ਸੰਗਤ ਵਿੱਚ ਕਥਾ ਕੀਰਤਨ ਸਰਵਣ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ, ਫਿਰ ਅਰਦਾਸ ਕਰਕੇ ਆਪਣੇ ਕਾਰ ਵਿਹਾਰ ਕਰਨੇ, ਨਾਲ ਨਾਲ ਨਾਮ ਜਪਣਾ, ਸਿਮਰਨ ਕਰਨਾ। ਇਹ ਸਮਾਂ, ਇਹ ਸਵਾਸ ਸਫਲੇ ਹੁੰਦੇ ਆ। ਆਓ ਸਾਰੇ ਮਿਲ ਕੇ ਸਤਿਨਾਮ ਵਾਹਿਗੁਰੂ, 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 ਜਦੋਂ ਮਹਾਰਾਜ ਦੇ ਬਾਣੀ ਦਾ ਜਾਪ ਉੱਚੀ ਉੱਚੀ ਸੰਗਤ ਵਿੱਚ ਮਿਲ ਕੇ ਕਰੀਏ ਤੇ ਫਿਰ ਜੇ ਤੁਸੀਂ ਇਕੱਲੇ ਵੀ ਬੈਠੇ ਹੋ ਤਾਂ ਵੀ ਤੁਹਾਡੇ ਕੰਨਾਂ ਵਿੱਚ ਆਵਾਜ਼ ਗੂੰਜਦੀ ਹੈ, ਆਵਾਜ਼ ਸੁਣਾਈ ਦਿੰਦੀ ਹੈ। ਮਹਾਰਾਜ ਦੇ ਮੂਲ ਮੰਤਰ ਗੁਰ ਮੰਤਰ ਦੇ ਵਿੱਚ ਜੁੜਨਾ, ਅਭਿਆਸ ਕਰਨਾ, ਗੁਰਬਾਣੀ ਪੜ੍ਹਨੀ, ਗੁਰੂ ਸ਼ਬਦ ਦੇ ਨਾਲ। ਸੋ ਸਾਹਿਬ ਜੀ ਕਿਰਪਾ ਕਰਨਾ। ਇਹ ਜਿਹੜਾ ਸਮਾਂ ਹੈ ਨਾ, ਤੇ ਜਿਹੜੇ ਸਾਹ ਸਵਾਸ ਰੱਬ ਨੇ ਦਿੱਤੇ ਆ, ਇਹ ਬੜੇ ਕੀਮਤੀ ਹਨ। ਜਿਸ ਸਵਾਸ ਦੇ ਨਾਲ ਨਾਮ ਜਪ ਲਾਂਗੇ ਉਹਦਾ ਬਹੁਤ ਵੱਡਾ ਫਲ ਹੈ। ਜਿਵੇਂ ਇੱਥੇ ਕੰਮਕਾਰ ਕਰਦੇ ਆ, ਦਿਨ ਰਾਤ ਦੌੜ ਲੱਗੀ ਹੈ, ਆਹ ਵੀ ਕੰਮ ਹੋ ਜਾਏ, ਆਹ ਬਣ ਜਾਏ, ਆਹ ਬਣ ਜਾਏ। ਉਹ ਕਿਸ ਵਾਸਤੇ ਕਰਦੇ ਆ? ਵੀ ਸਾਨੂੰ ਸੁੱਖ ਦੇ ਸਾਧਨ ਬਣ ਜਾਣ। ਔਰ ਜਿਹੜੇ ਇਸ ਸਵਾਸਾਂ ਦੇ ਨਾਲ ਨਾਮ ਜਪ ਕੇ ਇਹ ਲੋਕ ਤੇ ਪ੍ਰਲੋਕ ਦਾ ਸੁੱਖ ਪ੍ਰਾਪਤ ਹੋਣਾ, ਉਹ ਨਾਮ ਜਪ ਕੇ ਹੋਣਾ। ਇਸ ਕਰਕੇ ਪਰਮੇਸ਼ਰ ਦੇ ਨਾਮ ਵਿੱਚ, ਸਿਮਰਨ ਵਿੱਚ, ਗੁਰੂ ਸ਼ਬਦ ਦੁਆਰਾ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਦਾ
ਲਾਹਾ ਪ੍ਰਾਪਤ ਹੋਵੇ। ਤੇ ਸਾਡਾ ਜੀ ਕਰੇ ਕਿ ਅਸੀਂ ਨਾਮ ਜਪੀ ਜਾਈਏ। ਸਾਚੇ ਨਾਮ ਕੀ ਲਾਗੇ ਭੂਖ, ਪੁੱਤ ਭੁੱਖਾ ਖਾਏ ਚਲੀਏ ਦੁੱਖ। ਮਹਾਰਾਜ ਦੇ ਨਾਮ ਦੀ ਭੁੱਖ ਲੱਗੇ ਸਾਨੂੰ। ਸਾਡਾ ਜੀ ਕਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਪੱਲੇ ਪੈ ਜਾਵੇ ਸਾਡੇ। ਇਹ ਸਿਮਰਨ ਵਿੱਚ ਜੁੜ ਕੇ ਸਮਾਂ ਸਵਾਸ ਭਲੇ ਹੋਣ। ਸਾਹਿਬ ਕਿਰਪਾ ਕਰਨ। ਆਪ ਸਾਰੀਆਂ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਪਾਵਨ ਗੁਰਪੁਰਬ ਤੇ ਜੋ ਵੀ ਮਾਈ ਭਾਈ ਸੰਗਤਾਂ ਪਹੁੰਚੇ ਹੋ, ਸਭ ਸੰਗਤਾਂ ਨੂੰ ਜੀ ਆਇਆਂ ਨੂੰ। ਬਾਬਾ ਜੀ ਮਾਲੂਵਾਲ ਵਾਲੇ ਨੇ, ਬਾਬਾ ਹਰਦੇਵ ਸਿੰਘ ਜੀ ਆਏ ਨੇ, ਸਭ ਨੂੰ ਜੀ ਆਇਆਂ ਨੂੰ। ਜਿੰਨੇ ਰਾਗੀ ਢਾਡੀ ਗੁਰਮੁਖ ਪਿਆਰੇ, ਸਭ ਸੰਗਤਾਂ ਨੂੰ ਜੀ ਆਇਆਂ ਨੂੰ। ਔਰ ਗੁਰੂ ਕੇ ਲੰਗਰ ਜਲ ਪਾਣੀ ਵਰਤ ਰਹੇ ਹੈ। ਪ੍ਰੇਮ ਸਹਿਤ ਲੰਗਰ ਪਾਣੀ ਛਕੋ। ਮੀਂਹ ਜ਼ਿਆਦਾ ਪੈਣ ਕਰਕੇ ਤਾਂ ਕੁਝ ਗਿੱਲਾ ਬੱਤਾ ਹੋਇਆ, ਇਸ ਕਰਕੇ ਜਿਹੜਾ ਗਤਕਈ ਸਿੰਘ ਨੇ ਉਹ ਗਤਕੇ ਦਾ ਖਾੜਾ ਲਾ ਲੈਣ, ਬਾਕੀ ਮਹੱਲੇ ਨੂੰ ਜੇ ਕੋਈ ਥਾਂ ਗੁੰਜਾਇਸ਼ ਨਹੀਂ ਦਿੰਦਾ ਤੇ ਫਿਰ ਖੁਸ਼ਾ ਰੱਖ ਲਓ। ਮਹਾਰਾਜ ਦੇ ਦਰ ਦੀ ਹਾਜ਼ਰੀ, ਸਤਿਗੁਰੂ ਕਿਰਪਾ ਕਰਨਾ। ਬੜੇ ਪਿਆਰ ਸਹਿਤ ਇਸੇ ਤਰ੍ਹਾਂ ਹੀ ਰਲ ਮਿਲ ਕੇ ਇਹ ਜੋੜ ਮੇਲੇ ਦਾ ਦਲ ਪੰਥ ਦੇ ਸਹਿਤ ਸਤਿਗੁਰੂ ਜੀ ਸੁਭਾਗ ਬਖਸ਼ਣ। ਤੇ ਨਾਲ ਹੀ ਜਦੋਂ ਮੀਂਹ ਆਰੰਭ ਤੋਂ ਹੀ ਪਈ ਗਿਆ ਨਾ, ਤੇ ਇਹ ਇਸੇ ਗੱਲ ਦੇ ਨਾਲ ਹੀ ਮਨ ਵਿੱਚ ਫਿਰ ਇਹ ਵਿਚਾਰ ਕਿ ਇੱਥੇ ਕੋਈ ਹਾਲ ਬਣਾਇਆ ਜਾਵੇ, ਕੋਈ ਇਮਾਰਤ ਛੱਤੀ ਜਾਵੇ। ਜੇ ਕੋਈ ਮੀਂਹ ਕਣੀ ਵੀ ਹੋਵੇ ਤੇ ਸੰਗਤਾਂ ਬੈਠ ਕੇ ਗੁਰੂ ਜਸ ਸਰਵਣ ਕਰ ਲੈਣ। ਸੋ ਆਪ ਸੰਗਤਾਂ ਅਰਦਾਸ ਕਰਿਓ, ਅਸੀਸ ਬਖਸ਼ੋ। ਗੁਰੂ ਘਰ ਦੀ ਸੇਵਾ ਹੈ, ਇਹ ਸੇਵਾ ਦੇ ਮਹਾਨ ਕਾਰਜ ਹਨ। ਔਰ ਖਾਲਸਾ ਜੀ, ਆਪ ਜੀ ਵੇਖ ਹੀ ਰਹੇ ਹੋ ਕਿ ਕਿਤਨਾ ਪੁਰਾਣਾ ਸਥਾਨ ਹੈ। ਔਰ ਮਹਾਰਾਜ ਸਾਹਿਬ ਜੀ ਦੇ ਨਾਮ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਨਾਮ ਹੈ ਇਹ ਥਾਂ। ਇੱਥੇ ਕੋਈ ਲੜਾਈ ਝਗੜਾ ਨਹੀਂ, ਇੱਥੇ ਕੋਈ ਗੋਲੀਆਂ ਚਲਾਉਣ ਦਾ ਕੋਈ ਮਤਲਬ ਨਹੀਂ ਹੈ। ਇਹ ਦਲ ਪੰਥ ਦੀ ਛਾਉਣੀ ਹੈ, ਬੜਾ ਸਥਾਨ ਹੈ। ਔਰ ਸਤਿਗੁਰੂ ਕਿਰਪਾ ਕਰਨ, ਬੜੇ ਪਿਆਰ ਸਹਿਤ ਮਹਾਂਪੁਰਖਾਂ ਨੇ ਆਪ ਇਹ ਖੂਹੀ ਦੀ ਸਫਾਈ ਕਰਵਾਈ। ਇੱਥੇ ਜੋੜ ਮੇਲੇ, ਇਹ ਪੁਰਾਤਨ ਜੋੜ ਮੇਲਾ ਚੱਲਿਆ ਆ ਰਿਹਾ। ਜੋੜ ਮੇਲਿਆਂ ਵਿੱਚ ਨਗੋਂ ਗੁਰੂ ਘਰ ਦੀ ਸੇਵਾ ਵਿੱਚ ਸੰਜੋਗੀ ਬਣਨਾ ਚਾਹੀਦਾ, ਸੰਯੋਗ ਕਰਨਾ ਚਾਹੀਦਾ ਕਿ ਇਹ ਜੋ ਮਰਜ਼ਾਦਾ ਹੈ ਦਲ ਪੰਥ ਵਿੱਚ ਗੁਰਪੁਰਬ ਮਨਾਉਣੇ, ਜੋੜ ਮੇਲੇ ਔਰ ਗੁਰੂ ਕੇ ਦੇਗ ਲੰਗਰਾਂ ਦੀ ਸੇਵਾ, ਗੁਰੂ ਘਰ ਦੀਆਂ ਸੇਵਾਵਾਂ, ਇਹਨਾਂ ਕਾਰਜਾਂ ਵਿੱਚ ਨਾਲ ਸੰਯੋਗ ਕਰਨਾ ਚਾਹੀਦਾ ਹੈ। ਇਸ ਕਰਕੇ ਇਹਦੇ ਵਿੱਚ ਕੋਈ ਐਸੀ ਬਾਤ ਨਹੀਂ ਹੈ, ਇੱਥੇ ਕੋਈ ਖੋਆ ਮਾਈ ਦੀ ਗੱਲ ਨਹੀਂ ਹੈ। ਸਤਿਗੁਰੂ ਕਿਰਪਾ ਕਰਨਾ, ਆਪ ਸਾਰੀਆਂ ਸੰਗਤਾਂ ਜੁੜ ਮਿਲ ਕੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਮਿਹਰ ਕਰਨ ਆਪਾਂ ਸਾਰਿਆਂ ਨੂੰ। ਮਹਾਰਾਜ ਸਮਤ ਬਖਸ਼ਣ, ਸਰਦਾ ਬਖਸ਼ਣ, ਪਿਆਰ ਬਖਸ਼ਣ। ਮਹਾਰਾਜ ਆਪਦੇ ਚਰਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਤੇ ਗੁਰੂ ਸਾਹਿਬ ਜੀ ਦੇ ਪਾਵਨ ਗੁਰਪੁਰਬ ਮਨਾ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣ। ਮਹਾਰਾਜ ਸਾਹਿਬ ਕਿਰਪਾ ਕਰਨ। ਸੋ ਜਿਹੜਾ ਸੰਪਟ ਅਖੰਡ ਪਾਠ ਸਾਹਿਬ ਹੁੰਦਾ ਹੈ, ਸੁਰ ਸਿੰਘ, ਉਹ ਕੱਲ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। ਜਿਹੜਾ ਸੰਪਟ ਸਬਤਾ ਅਖੰਡ ਪਾਠ ਸਾਹਿਬ ਹੁੰਦਾ। ਤੇ ਬਾਬਾ ਜੀ ਇੱਕ ਸਮੇਂ ਕਹਿਣ ਲੱਗੇ, ਬੇਅੰਤ ਸੰਗਤਾਂ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ, ਘਰਾਂ 'ਚ ਕਰਾਉਂਦੇ ਨੇ, ਨਗਰਾਂ 'ਚ ਕਰਦੇ ਨੇ,
ਇੱਕ ਆਪਾਂ ਵੀ ਅਖੰਡ ਪਾਠ ਸਾਹਿਬ ਕਰ ਲਿਆ ਕਰੀਏ। ਤੇ ਕਹਿਣ ਲੱਗੇ ਵੀ ਸੰਪਟ ਅਖੰਡ ਪਾਠ ਸਾਹਿਬ ਆਰੰਭ ਕਰੀਏ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸੰਪਟ ਸਵਤਾ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੋਏ। ਸਤੀਂ ਦਿਨੀ ਭੋਗ ਪੈਂਦਾ। ਫਿਰ ਜਿੱਦਣ ਭੋਗ ਦੀ ਅਰਦਾਸ ਹੋਣੀ ਸੀ ਤੇ ਬੇਨਤੀ ਕੀਤੀ ਦਾਸ ਨੇ ਵੀ ਅਰਦਾਸ ਕਿਸ ਤਰ੍ਹਾਂ ਕਰਨੀ ਹੈ। ਤੇ ਬਾਬਾ ਜੀ ਕਹਿਣ ਲੱਗੇ ਵੀ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ। ਸੋ ਬਾਬਾ ਜੀ ਸਾਲ ਦੇ ਸਾਲ ਪਾਠ ਕਰਾਇਆ ਕਰਦੇ ਸਨ। ਸੰਪਟ ਸਵਤਾ ਅਖੰਡ ਪਾਠ ਸਾਹਿਬ ਜੀ ਦੇ ਕੱਲ ਨੂੰ ਛਾਉਣੀ ਸਾਹਿਬ ਆਰੰਭ ਹੋਣੇ ਨੇ। ਆਪ ਸਾਰੀਆਂ ਸੰਗਤਾਂ ਬੜੇ ਪਿਆਰ ਸਹਿਤ 15 ਸਾਵਣ ਨੂੰ ਭੋਗ ਨੇ ਜੀ। ਤੇ ਪੂੜਿਆਂ ਦਾ ਭੰਡਾਰਾ ਹੁੰਦਾ ਉਸ ਦਿਨ। ਮੱਸਿਆ ਵਾਲੇ ਦਿਨ 13 ਸਾਵਣ ਦੀ ਮੱਸਿਆ ਹੈ ਤੇ ਸੁਲਤਾਨਪੁਰ ਸਾਹਿਬ ਹਰ ਮੱਸਿਆ ਤੇ ਲੰਗਰ ਹੁੰਦਾ, ਜਿੱਥੇ ਮਹਾਰਾਜ ਸਾਹਿਬ ਜੀ ਨੇ ਮਿਹਰ ਕੀਤੀ ਹੈ। ਜਿਹੜਾ ਸਥਾਨ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦੇ ਨਾਲ, ਜਿੱਥੇ ਸਤਿਗੁਰੂ ਜੀ ਨੇ ਆਸਾ ਜੀ ਦੀ ਵਾਰ ਦਾ 16ਵਾਂ ਸ਼ਲੋਕ ਉਚਾਰਿਆ, ਉਹ ਪੁਲ ਪੁਰਾਤਨ ਅਜੇ ਵੀ ਉਹ ਨਿਸ਼ਾਨੀ ਹੈ। ਤੇ ਬਾਬਾ ਜੀ ਨੇ ਜਦੋਂ ਲੰਘਣਾ ਨਾ ਆਖਣਾ ਗੁਰੂ ਸਾਹਿਬ ਜੀ ਦਾ ਇਹ ਅਸਥਾਨ ਅਜੇ ਬਣਨ ਵਾਲਾ। ਫਿਰ ਉੱਥੇ ਥਾਂ ਬਾਬਾ ਜੀ ਨੇ ਮੁੱਲ ਲਿਆ ਜੀ। ਉਸ ਸਮੇਂ 9 ਲੱਖ ਦਾ ਥਾਂ ਲਿਆ ਇਹ ਗੁਰੂ ਅਸਥਾਨ ਦੀ ਸੇਵਾ ਵਾਸਤੇ। ਉੱਥੇ ਫਿਰ ਉਹ ਪੁੱਲ ਦੇ ਨਾਲ ਲੱਗਦਾ ਥਾਂ ਸੀ, ਉਹ ਵੀ ਥਾਂ ਲਿਆ ਤੇ ਉੱਥੇ ਬਾਬਾ ਜੀ ਨੇ ਟੱਪਾ ਲਵਾਇਆ, ਜਿਸ ਦਾ ਉੱਥੇ ਪੁੱਲ ਦੇ ਨਾਲ ਹੀ ਫਿਰ ਉਹ ਗੁਰਦੁਆਰੇ ਸਾਹਿਬ ਦਾ ਜਿਹਨਾਂ ਥੱਲੇ ਪਹਿਲਾ ਲੈਂਟਰ ਪਿਆ ਨਾ, ਤੇ ਬਾਬਾ ਜੀ ਗਏ, ਬੇਨਤੀ ਕੀਤੀ ਆਪ ਕਿਰਪਾ ਕਰੋ, ਕੋਈ ਲੈਂਟਰ ਪਿਆ ਵਾ ਤੇ ਅੱਗੇ ਕਿਸ ਤਰ੍ਹਾਂ ਗੁਰਦੁਆਰੇ ਸਾਹਿਬ ਦੀ ਇਮਾਰਤ ਦੀ ਤਿਆਰੀ ਕਰਨੀ ਆ। ਫਿਰ ਬਾਬਾ ਜੀ ਗਏ ਤੇ ਉਦੋਂ ਸਰੀਰ ਬਾਬਾ ਜੀ ਦਾ ਢਿੱਲਾ ਮਿੱਠਾ ਰਹਿੰਦਾ ਸੀ ਤੇ ਉੱਥੇ ਥੱਲੇ ਕੁਰਸੀ ਡਾਹੀ ਪੌੜੀਆਂ ਤੋਂ, ਤੇ ਬਾਬਾ ਜੀ ਕੁਰਸੀ ਤੇ ਬਹਿ ਜਾਣਗੇ ਤੇ ਸਾਈ ਨੇ ਕੁਰਸੀ ਚੁੱਕ ਕੇ ਉੱਤੇ ਲੈ ਚੱਲਾਂਗੇ। ਉਤਲੀ ਇਮਾਰਤ ਤੇ ਨੀਂਹ ਰੱਖਣ ਦਾ ਸ਼ੁਰੂਆਤ ਦਾ ਜਿਵੇਂ। ਤੇ ਬਾਬਾ ਜੀ ਉੱਠ ਖਲੋਤੇ, 2 ਸਿੰਘ ਸੀ ਨਾਲ ਕੋਈ ਆਸਰਾ ਦੇਣ ਨੂੰ, ਤੇ ਬਾਬਾ ਜੀ ਨੇ ਉਹਨਾਂ ਤੇ ਵੀ ਭਾਰ ਨਹੀਂ ਪਾਇਆ, ਆਪੇ ਪੌੜੀਆਂ ਚੜ੍ਹ ਗਏ। ਤੇ ਫਿਰ ਕਹਿਣ ਲੱਗੇ ਬਈ ਹੁਣ ਨੀਂਹ ਰੱਖੋ, ਅਰਦਾਸ ਕਰੋ। ਪ੍ਰਸ਼ਾਦ ਸਜਾਇਆ ਸੀ, ਫਿਰ ਅਰਦਾਸ ਹੋਈ। ਫਿਰ ਬਾਬਾ ਜੀ ਇੱਟਾਂ ਨੂੰ ਹੱਥ ਲਾਉਣ ਤੇ ਮੈਨੂੰ ਫੜਾਈ ਜਾਣ ਤੇ ਇੱਥੇ ਇੱਟਾਂ ਰੱਖ ਦੇ। ਫਿਰ ਉੱਥੇ ਨੀਂਹ ਰੱਖੀ। ਬਾਬਾ ਜੀ ਦੇ ਮਨ ਵਿੱਚ ਬੜੀ ਰੀਝ ਸੀ ਵੀ ਸੋਹਣਾ ਗੁਰਦੁਆਰਾ ਸਾਹਿਬ ਬਣੇ ਤੇ ਮਹਾਰਾਜ ਦਾ ਇਹ ਗੁਰੂ ਨਗਰੀ ਹੈ। ਕਿਉਂਕਿ ਹੁਣ ਆਪਾਂ ਸਾਰੇ ਨਨਕਾਣੇ ਸਾਹਿਬ ਤੇ ਜਾ ਨਹੀਂ ਸਕਦੇ ਤੇ ਸੁਲਤਾਨਪੁਰ ਸਾਹਿਬ ਵੀ ਆਪਣੇ ਕੋਲ ਨਨਕਾਣਾ ਸਾਹਿਬ ਰਹਿ ਗਿਆ। ਮਹਾਰਾਜ ਨੇ ਬੜੇ ਕੌਤਕ ਕੀਤੇ ਆ ਗੁਰੂ ਨਾਨਕ ਸਾਹਿਬ ਜੀ ਨੇ, ਤੇ ਉੱਥੇ ਨਾਲ ਮਹਾਰਾਜ ਦੇ ਲੰਗਰ ਚੱਲਣ। ਗੁਰੂ ਨਾਨਕ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ ਕਿ ਜਦੋਂ ਮਹਾਰਾਜ ਸਾਹਿਬ ਜੀ ਦਾ 500 ਸਾਲ 550 ਸਾਲਾਂ 500 ਸਾਲੇ ਤੇ ਬਾਬਾ ਜੀ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਦਲ ਸਮੇਤ ਸੁਲਤਾਨਪੁਰ ਸਾਹਿਬ ਹਾਜ਼ਰੀ ਲਾਈ। ਉਦੋਂ ਹੱਟ ਸਾਹਿਬ ਪੜਾ ਲੱਗਦਾ ਸੀ। ਫਿਰ ਇਹ ਪੜਾ ਤੇ ਫਿਰ ਬਿਲਡਿੰਗ ਸ਼ੁਰੂ ਕੀਤੀ ਨਾਲ ਲੰਗਰ ਦੀ। ਫਿਰ 2-3 ਮੰਜ਼ਿਲਾਂ ਬਣ ਗਈਆਂ, ਉੱਤੇ ਸਰਾਂ ਬਣ ਗਈ, ਵਿੱਚ ਲੰਗਰ ਵਰਤਣ ਵਾਲਾ ਬਣ ਗਿਆ, ਥੱਲੇ ਪੱਕਣ ਵਾਲਾ ਬਣ ਗਿਆ। ਮਹਾਰਾਜ ਸਾਹਿਬ ਜੀ ਦਾ ਸ਼ੁਕਰ ਹੈ। ਤੇ ਨਾਲ ਹੀ ਥਾਂ ਜਿਹੜਾ ਸੀ
ਉਹ ਥਾਂ ਵੀ ਨਾਲ ਮਹਾਰਾਜ ਨੇ ਕਿਰਪਾ ਕੀਤੀ, ਜਿਹੜਾ 3.25 ਕਿੱਲੇ ਥਾਂ ਉਹ ਨਾਲ ਬਣਿਆ, ਜਿਹੜਾ ਵਹੀਂ ਦੇ ਨਾਲ ਲੱਗਦਾ। ਤੇ ਉਹ ਥਾਂ ਜਦੋਂ ਲਿਆ ਗਿਆ, ਉਹਦੀ ਰਜਿਸਟਰੀ ਜਿਹੜੀ ਆ ਉਹ ਬਾਬਾ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਥਾਂ ਲਿਆ। ਉਹ ਸੁਲਤਾਨਪੁਰ ਸਾਹਿਬ ਜਿਹੜਾ ਨਾਲ ਥਾਂ ਹੋਰ ਰਲਿਆ, ਕਿੱਲਾ ਤਾਂ ਬਾਬਾ ਜੀ ਨੇ ਲਿਆ। ਮਹਾਰਾਜ ਸਾਹਿਬ ਨੇ ਮਿਹਰ ਕੀਤੀ, ਜਿਹੜਾ ਕੋਈ ਮਹਾਂਪੁਰਖਾਂ ਨੇ ਕੋਈ ਫੁਰਨਾ ਲਿਆ ਵੀ ਖੁੱਲ੍ਹਾ ਬਣ ਜਾਏ, ਤੇ ਮਹਾਰਾਜ ਸਾਹਿਬ ਜੀ ਦੀ ਮਿਹਰ ਹੋ ਗਈ। ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਉਹ ਥਾਂ ਦੀ ਜਦੋਂ ਰਜਿਸਟਰੀ ਕਰਵਾਈ ਤੇ ਉੱਥੇ ਫਿਰ ਲਿਖਵਾ ਦਿੱਤਾ। ਦਾਸ ਨੇ ਬੇਨਤੀ ਕੀਤੀ ਵੀ ਇਹ ਇੱਥੇ ਲਿਖ ਦਿਓ, ਮਾਲਕ ਸੰਪਰਦਾਏ ਦਲ ਬਾਬਾ ਬਿਧੀ ਚੰਦ ਜੀ। ਹਾਂਜੀ, ਇਹ ਮਹਾਰਾਜ ਦੇ ਦਲ ਪੰਥ ਦੀ ਸੰਪਰਦਾ ਦੀ। ਇੱਥੇ ਕੋਈ ਇਹ ਨਾ ਲੱਭਦਾ ਫਿਰੇ ਵੀ ਇਹ ਮੇਰੇ ਪਿਓ ਦੇ ਨਾਂ ਸੀ ਤੇ ਮੈਨੂੰ ਹਿੱਸਾ ਚਾਹੀਦਾ। ਇਸ ਕਰਕੇ ਜਿਹੜੀ ਗੁਰੂ ਘਰ ਦੀ ਚੀਜ਼ ਉਹ ਗੁਰੂ ਘਰ ਦੀ ਹੁੰਦੀ ਹੈ। ਮਹਾਂਪੁਰਖਾਂ ਨੇ ਕਿੰਨੀ ਘਾਲਣਾ ਘਾਲੀ ਆ, ਤੁਸੀਂ ਆਪ ਦੀ ਨਿਗਾਹ ਦੇ ਨਾਲ ਵੇਂਦੇ ਜੇ, ਦਰਸ਼ਨ ਮੇਲਾ ਕਰਦੇ ਜੇ, ਕਿੰਨੇ ਅਸਥਾਨਾਂ ਤੇ। ਜੇ ਅਨੰਦਪੁਰ ਸਾਹਿਬ ਆ ਤੇ ਗੁਰੂ ਘਰ ਦਾ ਅਸਥਾਨ ਮਹਾਰਾਜ ਦੀਆਂ ਸੰਗਤਾਂ ਦੀ ਸੇਵਾ ਲਈ ਬਾਬਾ ਜੀ ਨੇ ਬਣਾਇਆ। ਚਮਕੌਰ ਸਾਹਿਬ ਆ ਤੇ ਉਹ 4 ਕਿੱਲੇ ਥਾਂ ਉਹ ਚੌਧਰੀਆਂ ਦਾ ਉਹ ਪਰਿਵਾਰ ਹੈ, ਜਿਨ੍ਹਾਂ ਨੇ ਗੜੀ ਵਿੱਚ, ਜਿਨ੍ਹਾਂ ਦੇ ਵਡੇਰਿਆਂ ਨੇ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਮਹਾਰਾਜ ਗੜੀ ਵਿੱਚ ਮੇਰਾ ਹਿੱਸਾ ਜਿਹੜਾ ਉਹ ਹਾਜ਼ਰ ਹੈ ਆਪਦੇ। ਤੇ ਉਹਨਾਂ ਦਾ ਪਰਿਵਾਰ ਅੱਜ ਵੀ ਉੱਥੇ ਵੱਸਦਾ। ਵੇਖ ਲਓ ਕਿੰਨਾ ਭਿਆਨਕ ਉੱਥੇ ਜਿਹੜਾ ਜੰਗ ਹੈ, ਇਹ ਕੂਣੀਆਂ ਤੇ ਵੀ ਗਾਂਹ ਲੰਘ ਜਾਂਦੀ ਹੈ ਗੱਲ। ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਪਰਿਵਾਰ ਨੂੰ, ਉਹਨਾਂ ਨੂੰ ਕਿਹਾ ਤੁਹਾਡਾ ਵਾਲ ਨਹੀਂ ਵਿੰਗਾ ਹੋਊਗਾ। ਅੱਜ ਵੀ ਵੇਖ ਲਓ ਉੱਥੇ ਚੌਧਰੀਆਂ ਦਾ ਉਹ ਪਰਿਵਾਰ ਰਹਿੰਦਾ ਸੀ, ਚਮਕੌਰ ਸਾਹਿਬ। ਤੇ ਉਹਨਾਂ ਕੋਲੋਂ ਉਹ ਥਾਂ ਬਾਬਾ ਜੀ ਨੇ 4 ਕਿੱਲੇ ਲਿਆ ਸੀ। ਉਦੋਂ 4 ਲੱਖ ਨੂੰ ਕਿੱਲਾ ਲਿਆ ਸੀ, 4 ਕਿੱਲੇ, ਜਿੱਥੇ ਮਹਾਰਾਜ 10ਵੇਂ ਪਾਤਸ਼ਾਹ ਜੀ ਦਾ ਹੁਣ ਗੁਰਦੁਆਰਾ ਸਾਹਿਬ ਵੱਡਾ ਕਰਕੇ ਬਣਿਆ। ਤੇ ਇਹ ਗੁਰੂ ਅਸਥਾਨਾਂ ਦੀ ਸੇਵਾ ਵਾਸਤੇ, ਮਹਾਰਾਜ ਦੀ ਸੇਵਾ ਦਾ, ਇਹ ਸੰਗਤਾਂ ਮਹਾਰਾਜ ਦੇ ਦਰ ਤੇ ਆਉਂਦੀਆਂ ਨੇ, ਯਾਤਰਾ ਆਉਂਦੀਆਂ, ਖੁੱਲ੍ਹਾ ਹੋ ਜਾਏ ਥਾਂ। ਨਾਲ ਹੋਰ ਥਾਂ ਜਿਹੜਾ ਸੀ ਉਹ ਪਿੱਪਲ ਵਾਲੇ ਦਾ ਨੂੰ ਦੂਸਰੇ ਬੰਨੇ ਦਾ, ਉਹਦੇ ਵੱਖਰੇ ਪੈਸੇ ਦਿੱਤੇ। ਇਸ ਕਰਕੇ ਮਹਾਂਪੁਰਖਾਂ ਨੇ ਬਹੁਤ ਵੱਡੀ ਘਾਲਣਾ ਘਾਲੀ ਹੈ। ਉਹ ਸੇਵਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਤੇ ਇਹ ਸੇਵਾ ਜਿਹੜੀ ਹੈ, ਇਹ ਸੇਵਾ ਨੂੰ ਕਰਨ ਦਾ ਹੀ ਲਾਭ ਹੈ। ਇਹ ਸੇਵਾ ਹੀ ਹੈ ਗੁਰੂ ਕੀ, ਤੇ ਗੁਰੂ ਕੀ ਸੇਵਾ ਕਰਨ ਦਾ ਹੀ ਲਾਭ ਹੈ। ਇਸ ਕਰਕੇ ਪਿਆਰਿਓ, ਮਹਾਰਾਜ ਕਿਰਪਾ ਕਰਨਾ। ਇਹ ਜਿੱਥੇ ਜਿੱਥੇ ਵੀ ਅਸਥਾਨ, ਪੜਾ, ਕੋਈ ਨਾਲ ਲੱਗਦੇ ਥਾਂ ਜ਼ਮੀਨ, ਜਿੱਥੇ ਵੀ ਆ ਕੋਈ ਪੜਾ ਤੇ ਕਿਤੇ 2, 4, 5 ਕਿੱਲੇ ਕਿਸੇ ਕੋਲੇ ਪੜਾ, ਕੋਈ ਵੱਧ, ਉੱਥੇ ਅਸਥਾਨ ਤੇ ਸੇਵਾ ਵੀ ਆ, ਉੱਥੇ ਲੰਗਰ ਵੀ ਆ, ਉੱਥੇ ਜੋੜ ਮੇਲਾ ਵੀ ਆ। ਅਕਸਰ ਉਹ ਖਰਚ ਕਿੱਥੋਂ ਕਰਨਾ, ਉਹ ਵੀ ਨਾਲ ਨਾਲ ਮਹਾਰਾਜ ਕਿਰਪਾ ਕੀਤੀ। ਇਹ ਅਸਥਾਨ ਹਨ। ਮਹਾਰਾਜ ਸਾਹਿਬ ਮਿਹਰ ਕਰਨਾ। ਹੁਣ ਬਚਨ ਵਿਲਾਸ ਤੇ ਕਰੀ ਜਾਈਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ। ਚੜ੍ਹਦੀ ਕਲਾ ਦੇ ਨਾਲ ਮਹਾਰਾਜ ਦੇ ਦਿਹਾੜੇ, ਗੁਰਪੁਰਬ, ਇਹ ਸੇਵਾ, ਦੇਗ ਲੰਗਰ ਦੀ, ਸਿੱਖੀ ਦੇ ਪ੍ਰਚਾਰ ਦੀ ਸੇਵਾ ਜੋ ਸਤਿਗੁਰਾਂ ਨੇ ਬਖਸ਼ੀ ਹੈ, ਇਹ ਸੇਵਾ ਸਤਿਗੁਰੂ ਆਪ ਕਿਰਪਾ ਕਰਕੇ ਸਰਦਾ ਬਖਸ਼ ਕੇ, ਸਮਤ ਬਖਸ਼ ਕੇ, ਇਹ ਭਾਵਨਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਭਾਵਨਾ ਬਖਸ਼ਣ, ਉਹ ਪਿਆਰ ਬਖਸ਼ਣ। ਮਹਾਰਾਜ ਆਪਣੇ ਆਪੇ ਲਾਇਓ ਆਪਣਾ ਪਿਆਰ ਦੀ, ਆਪ ਸਤਿਗੁਰੂ ਬਖਸ਼ਿਸ਼ ਕਰਨ ਤੇ ਸਮਤ ਬਖਸ਼ਣ। ਗੁਰੂ ਘਰ ਦੀ ਸੇਵਾ ਦਾ ਲਾਹ ਜਿਹੜਾ ਹੈ, ਉਹ ਸੇਵਾ ਦਾ ਸਤਿਗੁਰੂ ਬਲ ਬਖਸ਼ਣ। ਮਹਾਰਾਜ ਆਪਦੇ ਗੁਰੂ ਖਾਲਸੇ ਪੰਥ ਦੀ ਚੜ੍ਹਦੀ ਕਲਾ ਬਖਸ਼ਣ।
ਇਹ ਸਾਰੀਆਂ ਸੰਗਤਾਂ ਨੂੰ ਫਿਰ ਮਹਾਰਾਜ ਸਾਹਿਬ ਜੀ ਦੇ ਗੁਰਪੁਰਬਾਂ ਦੀਆਂ ਬੇਅੰਤ ਵਧਾਈਆਂ ਨੇ। ਗੁਰੂ ਕੇ ਪਿਆਰਿਓ, ਅੱਗੇ ਕਈ ਵਾਰ ਕਬੱਡੀ ਦਾ ਵੀ ਮੈਚ ਹੋ ਜਾਂਦਾ, ਮੀਂਹ ਜ਼ਿਆਦਾ ਪੈਣ ਕਰਕੇ। ਹਾਂਜੀ, ਇਸ ਤਰ੍ਹਾਂ ਹਾਜ਼ਰੀ ਪ੍ਰਵਾਨ ਕਰਨੀ। ਆਪ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ। ਸਤਿਗੁਰੂ ਕਿਰਪਾ ਕਰਨਾ, ਖੁਸ਼ੀ ਰੱਖਣਾ। ਤੇ ਪੱਟੀ ਭੱਟ ਸਾਹਿਬ ਜਿਹੜੀ ਸੇਵਾ ਚੱਲਦੀ ਆ ਬੇਸਮੈਂਟ ਦੀ, ਉਹਦਾ ਪਹਿਲਾਂ ਥੱਲੇ ਵਾਲਾ ਲੈਂਟਰ ਸੀ, ਪਾਸਿਆਂ ਵਾਲੇ ਆ, ਉਹ ਸਾਰਾ ਉਹ ਕਰਨ ਡਏ ਨੇ ਤਿਆਰੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ। ਤੇ ਜਦੋਂ ਖਾਲਾ ਮਿਸਤਰੀ ਆਂਦਾ ਸੀ ਬਈ ਭਾਦਰੋਂ ਦੀ ਸੰਗਰਾਂਦ ਵਾਲੇ ਦਿਨ ਲੈਂਟਰ ਪਾ ਲਈਏ। ਮੈਂ ਕਿਹਾ ਵੀ ਸੰਗਰਾਂਦ ਵਾਲੇ ਦਿਨ ਤੇ ਸੰਗਤ ਦੀ ਭੀੜ ਬਹੁਤ ਹੁੰਦੀ ਆ, ਤੇ ਦਿਹਾੜੀ ਡੰਗ ਅੱਗਾ ਪਿੱਛਾ ਕਰ ਲਈਏ, ਜਾਂ ਤਾਂ ਦਿਹਾੜੀ ਪਹਿਲਾਂ ਕਰ ਲਈਏ ਜਾਂ ਸੰਗਰਾਂਦ ਤੋਂ ਅਗਲੇ ਦਿਨ ਕਰ ਲਈਏ। ਫਿਰ ਅੱਸੂ ਦੇ ਮਹੀਨੇ ਦੀ ਅਖੀਰਲੇ ਐਤਵਾਰ ਤੇ ਉਹ ਪੱਟੀ ਜੋੜ ਮੇਲਾ, ਤੇ ਉਦੋਂ ਪਹਿਲਾਂ ਉਹ ਛੱਤ ਪੈ ਕੇ ਤੇ ਉਹਦੇ ਤੇ ਦੀਵਾਨ ਸਜੇ। ਮਹਾਰਾਜ ਕਿਰਪਾ ਕਰਨ, ਆਪ ਸੰਗਤਾਂ ਅਸੀਸ ਬਖਸ਼ੋ। ਗੁਰੂ ਘਰ ਦੀਆਂ ਸੇਵਾਵਾਂ ਆਪ ਮਹਾਰਾਜ ਬਲ ਦੇ ਕੇ ਕਰਾਉਣ ਵਾਲੇ ਆ। ਮਹਾਰਾਜ ਬਲ ਬਖਸ਼ਣ, ਸਰਦਾ ਬਖਸ਼ਣ, ਪਿਆਰ ਬਖਸ਼ਣ। ਮਹਾਰਾਜ ਸਾਰੀਆਂ ਸੰਗਤਾਂ ਬੜੇ ਪਿਆਰ ਸਹਿਤ ਲੰਮੇ ਸਮੇਂ ਤੋਂ ਬੈਠ ਕੇ ਆਪ ਦੀਵਾਨ ਵਿੱਚ ਬੈਠੇ ਹੋ। ਪਹਿਲਾਂ ਥਾਂ ਗਿੱਲਾ ਸੀ, ਫਿਰ ਵੀ ਚਲੋ ਮਹਾਰਾਜ ਨੇ ਸਮਾਂ ਦੇ ਦਿੱਤਾ ਤੇ ਸਾਰੀਆਂ ਸੰਗਤਾਂ ਬੈਠ ਕੇ ਹਰੀ ਦਾ ਸਰਵਣ ਕੀਤਾ। 15 ਸਾਵਣ ਨੂੰ ਜਿਹੜਾ ਉਹ ਫਿਰ ਪੂੜਿਆਂ ਦਾ ਸਾਰਿਆਂ ਨੂੰ ਨਿੰਦਾ ਜੀ। ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।